ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ 9ਵੀਂ ਕਲਾਸ ਦੀ ਸਾਹਿਤਕ ਕਿਰਨਾਂ ਬੁੱਕ ਵਿੱਚ ਦਰਜ ਕਵਿਤਾ ਸਮਾਂ। ਹਾਂਜੀ, ਸਮਾਂ ਕਵਿਤਾ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਹੈ। ਇਹਦੇ 'ਚ ਉਹਨਾਂ ਨੇ ਪਹਿਲਾਂ ਦੱਸਿਆ ਹੈਗਾ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਫਿਰ ਇਹਨਾਂ ਨੇ ਕੁਛ ਕੁ ਬੁੱਕਸ ਦੇ ਨੇਮ ਲਿਖੇ ਹੋਏ ਆ। ਰਾਣਾ ਸੂਰਤ ਸਿੰਘ, ਨੰਦ ਭਰਜਾਈ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਕੰਬਦੀ ਕਲਾਈ, ਪ੍ਰੀਤ ਵੀਨਾ, ਮੇਰੇ ਸਾਈਆਂ ਜੀਓ। ਠੀਕ ਹੈ। ਸਮਾਂ ਹੈਡਿੰਗ ਤੋਂ ਹੀ ਜਿਵੇਂ ਆਪਾਂ ਨੂੰ ਪਤਾ ਚੱਲ ਰਿਹਾ ਹੈ, ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਨੇ ਵਕਤ ਦੀ ਗੱਲ ਕੀਤੀ ਹੈ, ਸਮੇਂ ਦੀ ਗੱਲ ਕੀਤੀ ਹੈ, ਟਾਈਮ ਬਾਰੇ ਦੱਸਿਆ। ਇੱਕ ਹੋਰ ਗੱਲ ਬੱਚੇ ਯਾਦ ਰੱਖਿਓ, ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਉਹ ਸੰਬੋਧਨ ਕਰਦੇ ਆ ਆਪਦੇ ਆਪ ਨੂੰ ਇੱਕ ਇਸਤਰੀ ਰੂਪ ਵਿੱਚ। ਜਿਹੜੀ ਆਪਾਂ ਜੋ ਵੀ ਪੋਇਮ ਪੜ੍ਹਦੇ ਹਾਂ ਉਹਦੀ ਜਿਹੜੀ ਆਵਾਜ਼ ਹੈ ਇਸਤਰੀ ਦੀ ਆਵਾਜ਼ ਹੁੰਦੀ ਹੈ। ਜੀਵ ਇਸਤਰੀ ਉਹ ਆਪਦੇ ਆਪ ਨੂੰ ਇਸਤਰੀ ਰੂਪ ਵਿੱਚ ਰੱਖ ਕੇ ਜੋ ਵੀ ਲਿਖਦੇ ਆ। ਰਹੀ ਵਾਸਤੇ ਘੱਤ ਸਮੇਂ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਵਾਸਤੇ ਹੁੰਦਾ ਤਰਲੇ, ਘੱਤ ਪਾਉਣਾ। ਕਹਿੰਦੇ ਭਾਈ ਵੀਰ ਸਿੰਘ ਜੀ ਆਪਦੇ ਆਪ ਨੂੰ ਇਸਤਰੀ ਰੂਪ ਵਿੱਚ ਰੱਖ ਕੇ ਬਿਆਨ ਕਰਦੇ ਹੈ ਵੀ ਸਮੇਂ ਨੂੰ ਰੋਕਣ ਲਈ ਮੈਂ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਉਸਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਮੈਂ ਉਸਨੂੰ ਫੜ ਫੜ ਕੇ ਖਿੱਚਣ ਦਾ ਬਹੁਤ ਯਤਨ ਕੀਤਾ, ਪਰ ਫਿਰ ਉਹ ਪੱਲਾ ਛੁਡਾ ਕੇ ਮੇਰੇ ਕੋਲੋਂ ਦੂਰ ਚਲਾ ਗਿਆ। ਸਮੇਂ ਨੂੰ ਰੋਕਣ ਲਈ ਮੈਂ ਉਸਦੇ ਰਸਤੇ ਵਿੱਚ ਹੋਰ ਵੀ ਬਹੁਤ ਸਾਰੀਆਂ ਕਈ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਸਮੇਂ ਨੂੰ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਫੜ ਫੜ ਰਹੀ ਤਰੀਕ। ਕਹਿੰਦੇ ਮੈਂ ਬਹੁਤ ਫੜ ਫੜ ਕੇ ਸਮੇਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਸਮੇਂ ਦੇ ਵਿੱਚ ਸਮੇਂ ਨੂੰ ਰੋਕਣ ਲਈ ਉਸ ਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ, ਪਰ ਸਮਾਂ ਕਿਹੜਾ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਲੰਘਦਾ ਹੋਇਆ ਅੱਗੇ ਨਿਕਲ ਗਿਆ। ਉਹ ਆਪਣੀ ਤੇਜ਼ ਗਤੀ ਦੇ ਨਾਲ ਸਾਰੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ ਅਗਾਂਹ ਵੱਧ ਗਿਆ। ਠੀਕ ਹੈ। ਅਟਕ ਹੁੰਦਾ ਹੈ ਜੋ ਕਦੇ ਰੁਕ ਨਹੀਂ ਸਕਦਾ। ਤਿੱਖੇ ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰ ਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਹਦੇ 'ਚ ਕੀ ਕਹਿੰਦੇ ਆ? ਕਹਿੰਦੇ ਮਨੁੱਖ ਨੂੰ ਹਮੇਸ਼ਾ ਆਪਣੀ ਕਦਰ ਕਰਨੀ ਚਾਹੀਦੀ ਹੈ। ਤਿੱਖੇ ਆਪਣੇ ਵੇਗ, ਕਹਿੰਦੇ ਜਿਹੜਾ ਸਮਾਂ ਹੈ ਉਹ ਆਪਣੇ ਤਿੱਖੇ ਤੇਜ਼ ਵੇਗ ਹੁੰਦਾ ਗਤੀ, ਤੇਜ਼ ਗਤੀ ਦੇ ਨਾਲ ਸਭ ਕੁਛ ਵੀ ਮੇਰੀਆਂ ਜਿਹੜੀਆਂ ਮੈਂ ਰੁਕਾਵਟਾਂ ਪਾਈਆਂ ਸੀਗੀਆਂ ਉਸ ਰੁਕਾਵਟਾਂ ਨੂੰ ਤੋੜਦਾ ਹੋਇਆ ਆਪਣੀ ਤੇਜ਼ ਗਤੀ ਦੇ ਨਾਲ ਅੱਗੇ ਨਿਕਲ ਗਿਆ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਮਨੁੱਖ ਨੂੰ ਕਹਿੰਦੇ ਆ ਵੀ ਆਪਾਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਸਮਾਂ ਬਹੁਤ ਹੀ ਤੇਜ਼ ਗਤੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ। ਕਰ ਸਫਲ ਉਡੰਦਾ ਜਾਮਦਾ, ਮਤਲਬ ਆਪਣੀ ਸਫਲਤਾ ਨਾਲ ਲਗਾਤਾਰ ਨਿਰੰਤਰ ਚੱਲ ਰਿਹਾ ਹੈ। ਇਹ ਠਹਿਰ ਨਾ ਜਾਂਚ ਨਾ ਜਾਣਦਾ, ਕਹਿੰਦੇ ਇਸ ਨੂੰ ਰੁਕਣਾ ਨਹੀਂ ਆਉਂਦਾ। ਜਾਂਚ ਹੁੰਦਾ ਵਿਧੀ, ਤਰਕੀਬ, ਢੰਗ। ਕਹਿੰਦੇ ਇਸ ਨੂੰ ਰੁਕਣਾ ਨਹੀਂ ਆਉਂਦਾ। ਜਿਹੜਾ ਸਮਾਂ ਇੱਕ ਵਾਰ ਲੰਘ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਲੰਘ ਗਿਆ ਨਾ ਮੁੜ ਕੇ ਆਉਂਦਾ, ਕਹਿੰਦੇ ਜਿਹੜਾ ਲੰਘ ਗਿਆ ਸਮਾਂ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਦੀ ਲਗਾਤਾਰ ਚੱਲਦੇ ਰਹਿਣ ਦੀ ਗਤੀ ਤੋਂ ਸਾਨੂੰ ਸਾਵਧਾਨ ਹੋ ਕੇ ਸਮੇਂ ਦੀ ਸਹੀ ਕਦਰ ਕਰਨੀ ਚਾਹੀਦੀ ਹੈ। ਠੀਕ ਹੈ। ਬਹੁਤ ਈਜ਼ੀ ਪੋਇਮ ਹੈ। ਜਿਹੜੇ ਆਹ ਵਾਲਾ ਪੂਰਾ ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰ ਨਾ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਅਤੇ ਇਹਦਾ ਫਸਟ ਵਾਲਾ ਜਿਹੜਾ ਪੈਰਾ ਇਹ ਆਮ ਹੀ ਪੇਪਰਾਂ ਦੇ ਵਿੱਚ ਆਉਂਦੇ ਦੇਖੇ ਹੈ। ਜਿਹੜੀ ਤੁਹਾਨੂੰ ਅਣਡਿੱਠੀ ਕਾਵਿ ਟੁਕੜੀ ਆਉਂਦੀ ਹੈ ਨਾ, ਆਹ ਵਾਲਾ ਜਿਹੜਾ ਪੈਰਾ ਪੇਪਰਾਂ ਦੇ ਵਿੱਚ ਆਮ ਆਇਆ ਹੁੰਦਾ। ਭਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ? ਕਹਿੰਦੇ ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਨਿਰੰਤਰ ਚੱਲਦੇ ਰਹਿਣ ਬਾਰੇ ਕਿਹਾ ਕਿ ਸਮਾਂ ਜਿਹੜਾ ਕਿ ਨਿਰੰਤਰ ਲਗਾਤਾਰ ਗਤੀਸ਼ੀਲ ਹੈ, ਇਹ ਨਾ ਹੀ ਰੁਕਦਾ ਹੈ ਅਤੇ ਨਾ ਹੀ ਕਦੇ ਵਾਪਸ ਆਉਂਦਾ ਹੈ। ਇਸ ਲਈ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਕਵੀ ਕਿਸ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਕਵੀ ਸਮੇਂ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦਉਪਯੋਗ, ਸਹੀ ਉਪਯੋਗ ਕਰਨਾ ਚਾਹੀਦਾ ਹੈ। ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਸਮੇਂ ਦੇ ਹਰ ਪਲ ਦੀ ਕਦਰ ਕਰਦਿਆਂ ਹੋਇਆ ਇਸ ਵਾਂਗ ਨਿਰੰਤਰ ਚੱਲਦੇ ਰਹਿਣਾ ਚਾਹੀਦਾ ਹੈ। ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਕਵੀ ਸਮੇਂ ਨੂੰ ਰੋਕਣ ਲਈ ਉਸਦੇ ਰਸਤੇ ਵਿੱਚ ਕਈ ਰੁਕਾਵਟਾਂ ਪਾਉਂਦਾ ਹੈ। ਉਹ ਸਮੇਂ ਨੂੰ ਰੋਕਣ ਲਈ ਉਸਦੇ ਤਰਲੇ ਮਿੰਨਤਾਂ ਪਾਉਂਦਾ ਹੈ ਅਤੇ ਉਸਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦਾ ਹੈ। ਉਸ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ਅਸਫਲ ਹੋ ਗਈਆਂ। ਸਮਾਂ ਕੀ ਆਪਣੀ ਗਤੀ ਦੇ ਨਾਲ ਅੱਗੇ ਵੱਧਦਾ ਨਿਕਲ ਗਿਆ। ਕਵਿਤਾ ਦਾ ਸੰਖੇਪ ਸਾਰ ਕੀ ਹੈ? ਇਸ ਕਵਿਤਾ ਦੇ ਵਿੱਚ ਜਿਹੜਾ ਕਵੀ ਹੈ ਜੀਵ ਇਸਤਰੀ ਦੇ ਰੂਪ ਵਿੱਚ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਰੱਖ ਕੇ ਦੱਸਦਾ ਹੈ ਵੀ ਜਿਹੜਾ ਸਮਾਂ ਉਹ ਨਿਰੰਤਰ ਚੱਲਦਾ ਰਹਿੰਦਾ ਹੈ। ਸਮਾਂ ਆਪਣੀ ਨਿਰੰਤਰ ਗਤੀ ਦੀ ਆਪਣੀ ਨਿਰੰਤਰ ਜਿਹੜੀ ਚਾਲ ਹੈ, ਲਗਾਤਾਰ ਚਾਲ ਦੇ ਨਾਲ ਚੱਲਦਾ ਰਹਿੰਦਾ, ਕਦੇ ਰੁਕਦਾ ਨਹੀਂ ਗਾ। ਸਮੇਂ ਦੇ ਰਸਤੇ ਵਿੱਚ ਜਿੰਨੀਆਂ ਵੀ ਆਪਾਂ ਰੁਕਾਵਟਾਂ ਪਾਵਾਂਗੇ ਉਸ ਦੇ ਨਾਲ ਸਮੇਂ ਨੂੰ ਕੋਈ ਫਰਕ ਨਹੀਂ ਪੈਂਦਾ। ਸਭ ਰੁਕਾਵਟਾਂ ਨੂੰ ਚੀਰਦਾ ਹੋਇਆ ਅੱਗੇ ਲੰਘ ਜਾਂਦਾ ਹੈ। ਸਮੇਂ ਦਾ ਹਮੇਸ਼ਾ ਆਪਾਂ ਨੂੰ ਸਹੀ ਉਪਯੋਗ ਕਰਨਾ ਚਾਹੀਦਾ ਕਿਉਂਕਿ ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਅੱਗੇ ਕੀ ਹੈ, ਇੱਕ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ, ਇਹਦੇ ਵਿੱਚੋਂ ਕੁਐਸਚਨ ਲੱਭਣੇ ਆ। ਹੱਥਾਂ ਵਿੱਚੋਂ ਕੌਣ ਨਿਕਲ ਰਿਹਾ ਹੈ? ਸਮੇਂ ਨੂੰ ਕਿਸ ਵੱਲ ਨਹੀਂ ਸਮੇਂ ਨੂੰ ਕਿਸ ਵੱਲ ਨਹੀਂ ਆਉਂਦਾ? ਕਿਸ ਦਾ ਵੱਲ ਨਹੀਂ ਆਉਂਦਾ? ਸਮੇਂ ਨੂੰ ਠਹਿਰਨ ਦਾ ਵੱਲ ਨਹੀਂ ਆਉਂਦਾ। ਦੇਖੋ, ਸਮੇਂ ਨੂੰ ਕਿਸ ਦਾ ਵੱਲ, ਕਵਿਤਾ ਦੇ ਵਿੱਚ ਹੈ ਜਾਂਚ। ਸਮੇਂ ਨੂੰ ਠਹਿਰਨ ਦੀ ਜਾਂਚ ਨਹੀਂ ਹੈਗੀ, ਸਮੇਂ ਨੂੰ ਠਹਿਰਨ ਦਾ ਵੱਲ ਨਹੀਂ ਹੈਗਾ। ਅਤੇ ਉਪਰੋਕਤ ਸਤਰਾਂ ਵਿੱਚ ਕਵੀ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਡਰ ਹੈ? ਉੱਪਰਲੀਆਂ ਸਤਰਾਂ ਵਿੱਚ ਕਵੀ ਦੇ ਮਨ ਵਿੱਚ ਡਰ ਹੈ ਕਿ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ, ਇਸ ਲਈ ਸਾਨੂੰ ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇੱਥੋਂ ਤੱਕ ਤੁਸੀਂ ਆਪਣੀ ਨੋਟਬੁੱਕ 'ਤੇ ਕੁਐਸਚਨ ਨੋਟ ਡਾਊਨ ਕਰਨੇ ਆ। ਅੱਗੇ ਇੱਕ ਪੈਰਾ ਦਿੱਤਾ ਹੋਇਆ ਪ੍ਰਸੰਗ ਵਿਆਖਿਆ। ਧਿਆਨ ਨਾਲ ਸੁਣਿਓ, ਮੈਨੂੰ ਸੁਣ ਕੇ ਹੀ ਤੁਸੀਂ ਆਪਣੀ ਨੋਟਬੁੱਕ 'ਤੇ ਲਿਖੋਗੇ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ। ਪ੍ਰਸੰਗ ਦੇ ਵਿੱਚ ਤੁਸੀਂ ਕੀ ਲਿਖਣਾ? ਇਹ ਕਾਵ ਟੋਟਾ। ਜੇ ਤੁਸੀਂ ਇਹ ਕਾਵ ਟੋਟਾ ਲਿਖਦੇ ਹੋ ਤਾਂ ਤੁਸੀਂ ਲਿਖੋਗੇ ਇਹ ਕਾਵ ਟੋਟਾ ਲਿਆ ਗਿਆ ਹੈ। ਜੇ ਤੁਸੀਂ ਲਿਖਦੇ ਆ ਇਹ ਕਾਵ ਸਤਰਾਂ ਤਾਂ ਤੁਸੀਂ ਲਿਖੋਗੇ ਇਹ ਕਾਵ ਸਤਰਾਂ ਲਈਆਂ ਗਈਆਂ ਹਨ। ਇਹ ਕਾਵ ਟੋਟਾ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਸਾਹਿਤਕ ਕਿਰਨਾਂ 1 9th ਕਲਾਸ ਦੀ ਬੁੱਕ ਫਸਟ ਪਾਰਟ ਆ, 10th ਦੀ ਸੈਕਿੰਡ ਪਾਰਟ ਆ, ਠੀਕ ਹੈ। ਇਹ ਕਾਵ ਟੋਟਾ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਸਾਹਿਤਕ ਕਿਰਨਾਂ 1 ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ ਸਮੇਂ ਦੇ ਲਗਾਤਾਰ ਚੱਲਦਿਆਂ ਰਹਿਣ ਦਾ ਜ਼ਿਕਰ ਕੀਤਾ ਹੈ, ਠੀਕ ਹੈ। ਪ੍ਰਸੰਗ ਹੋ ਗਿਆ ਇੱਥੋਂ ਤੱਕ। ਅੱਗੇ ਵਿਆਖਿਆ। ਇਹਨਾਂ ਸਤਰਾਂ ਵਿੱਚ ਕਵੀ ਆਖਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਸਮਾਂ ਬਹੁਤ ਹੀ ਤੇਜ਼ ਗਤੀ ਨਾਲ ਅੱਗੇ ਵੱਧਦਾ ਜਾਂਦਾ ਹੈ। ਇਸ ਨੂੰ ਰੁਕਣਾ ਨਹੀਂ ਆਉਂਦਾ। ਜੋ ਸਮਾਂ ਇੱਕ ਵਾਰ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਦੀ ਲਗਾਤਾਰ ਚੱਲਦਿਆਂ ਰਹਿਣ ਦੀ ਗਤੀ ਤੋਂ ਸਾਵਧਾਨ ਹੋ ਕੇ ਸਾਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਠੀਕ ਹੈ। ਇਹ ਤੁਸੀਂ ਮੈਨੂੰ ਸੁਣ ਕੇ ਹੀ ਆਪਣੀ ਨੋਟਬੁੱਕ 'ਤੇ ਪ੍ਰਸੰਗ ਵਿਆਖਿਆ ਲਿਖੋਗੇ। ਬਾਕੀ ਪਿਛਲੀ ਐਕਸਰਸਾਈਜ਼ ਦੇ ਮੈਂ ਨੋਟਸ ਸੈਂਡ ਕਰ ਦੂੰਗੀ। ਥੈਂਕ ਯੂ, ਹੈਵ ਅ ਨਾਈਸ ਡੇ।